हाँ जी, ਕੀ ਹਾਲ ਆ ਜੀ? ਠੀਕ ਠਾਕ ਹੋ ਜੀ? ਸਾਰੇ ਵਧੀਆ ਹੋ ਜੀ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੀਡੀਓ ਵੇਖਣ ਵਾਲਿਆਂ ਨੂੰ। ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਕਮੈਂਟ ਕਰਦੇ ਆ, ਵੀਡੀਓ ਸ਼ੇਅਰ ਕਰਦੇ ਹੋ, ਲਾਈਕ ਕਰਦੇ ਹੋ। ਬਹੁਤ ਵਧੀਆ ਲੱਗਦਾ ਆ। ਜਿਹੜੀ ਮੈਂ ਅੱਜ ਤੁਹਾਨੂੰ ਚੀਜ਼ ਵਿਖਾਉਣ ਲੱਗਾ ਨਾ, ਇਹ ਨਾ ਮੇਰੇ ਨਾਲ ਵੀ ਇਹ ਚੀਜ਼ ਹੋਈ ਆ। ਜਦ ਮੈਂ ਅਕਸਰ ਨਾ YouTube ਤੇ ਕੰਮ ਕਰਨ ਲੱਗਾ ਸੀਗਾ, ਤਾਂ ਇੱਕ ਵਾਰ ਮੈਂ ਤੁਹਾਨੂੰ ਇੱਕ ਕਹਾਣੀ ਪਹਿਲਾਂ ਵੀ ਸੁਣਾਈ ਸੀਗੀ ਵੀ ਮੈਂ ਕਿਸੇ ਦੇ ਘਰ ਦਿਹਾੜੀ ਕਰਨ ਗਿਆ ਸੀ। ਤਾਂ ਉਹ ਮੈਨੂੰ ਬੰਦਾ ਕਹਿੰਦਾ ਵੀ ਤੁਸੀਂ ਲੋਕਾਂ ਨੇ ਦਿਹਾੜੀਆਂ ਹੀ ਕਰਨੀਆਂ ਆ, ਇਲੈਕਟ੍ਰੀਸ਼ੀਅਨ ਨਾ ਬਣੋ। ਤੇ ਜਦੋਂ ਜਿੱਦ ਹੁੰਦੀ ਆ ਬੰਦੇ ਨੂੰ, ਹਨਾ, ਅਸੀਂ ਕਈ ਵਾਰੀ ਮੈਂ ਐਸੇ ਬੱਚੇ ਵੇਖੇ ਆ ਜਿਹੜੇ ਨਾ ਜਾਤ ਬਰਾਦਰੀ ਦਾ ਵੀ ਸਾਨੂੰ ਲੋਕ ਇੱਦਾਂ ਕਹਿੰਦੇ ਆ, ਸਾਨੂੰ ਲੋਕ ਐਵੇਂ ਕਹਿੰਦੇ ਆ। ਤਾਂ ਜਦੋਂ ਅਸੀਂ ਇਹ ਚੀਜ਼ਾਂ ਸੋਚਦੇ ਆ ਨਾ, ਬੱਚੇ ਇਹ ਚੀਜ਼ਾਂ ਸੋਚਦੇ ਆ, ਤਾਂ ਅਸੀਂ ਗਾਂਹ ਨਹੀਂ ਵੱਧ ਸਕਦੇ। ਸਾਨੂੰ ਕੋਈ ਕੀ ਕਹਿੰਦਾ ਆ, ਤੁਸੀਂ ਮੋਟੀਵੇਟ ਵੀਡੀਓ ਜਾਂ ਗੱਲਾਂ ਬਾਤਾਂ ਇੱਦਾਂ ਦੀਆਂ ਸਟੋਰੀਆਂ ਕਹਾਣੀਆਂ ਪੜ੍ਹਦੇ ਰਹਿੰਦੇ ਆ, ਤਾਂ ਉਹਨਾਂ ਚੀਜ਼ਾਂ 'ਚ ਨਾ ਇਹ ਚੀਜ਼ਾਂ ਦੱਸੀਆਂ ਹੁੰਦੀਆਂ ਅਕਸਰ ਵੀ ਕੋਈ ਤੁਹਾਨੂੰ ਕੀ ਕਹਿੰਦਾ, ਉਸ ਚੀਜ਼ ਦੀ ਤੁਸੀਂ ਪਰਵਾਹ ਨਾ ਕਰੋ। ਤੁਸੀਂ ਆਪਣਾ ਕੰਮ ਸਿੱਧਾ ਕਰੋ, ਜਿਹੜੇ ਕੰਮ ਤੇ ਲੱਗੇ ਆ ਉਹਨੂੰ ਲਗਨ ਨਾਲ ਕਰੋ। ਮੇਰੀ YouTube ਦੀ ਕਹਾਣੀ ਵੀ ਇਹੀ ਆ। ਮੈਨੂੰ ਵੀ ਬੜਾ ਕਹਿੰਦੇ ਹੁੰਦੇ ਸੀਗੇ ਤੂੰ ਨਹੀਂ ਇਹ ਕਰ ਸਕਦਾ, ਰਿਸ਼ਤੇਦਾਰ ਕੀ, ਬਾਹਰਲੇ ਕੀ, ਹੈ ਨਾ। ਤੇ ਹੁਣ ਜਦੋਂ ਤੁਹਾਡਾ ਭਰਾਵਾਂ ਦਾ ਸਾਥ ਮਿਲਦਾ ਆ, ਭੈਣ ਭਰਾ ਤੁਸੀਂ ਮੇਰੀ ਗੱਲਬਾਤ ਸੁਣਦੇ ਆ, ਤੇ ਮੈਨੂੰ ਨਾ ਬਹੁਤ ਵਧੀਆ ਲੱਗਦਾ ਆ ਵੀ ਵਾਸਤਵ ਵਿੱਚ ਗੱਲ ਸਹੀ ਆ। ਜਾਤ ਬਰਾਦਰੀ ਜਾਂ ਧਰਮ, ਕਰਮ, ਜਿਹੜਾ ਸਾਡਾ ਕਰਮ ਆ, ਉਹਦੇ ਮੂਹਰੇ ਇਹ ਚੀਜ਼ਾਂ ਨਹੀਂ ਹੁੰਦੀਆਂ ਗੀਆਂ। ਮੈਂ ਤਾਂ ਜਿੰਨਾ ਕੁ ਜਾਣਦਾ ਇੰਨਾ ਕੁ ਜਾਣਦਾ ਵੀ ਜਿਹੜਾ ਬੰਦੇ ਦਾ ਕਰਮ ਹੁੰਦਾ ਨਾ, ਇਹੀ ਉਹਨੂੰ ਧਰਮ ਵਿੱਚ ਤਬਦੀਲ ਕਰ ਦਿੰਦਾ। ਬੰਦੇ ਦੇ ਕਰਮਾਂ ਤੋਂ ਪਤਾ ਲੱਗਦਾ ਹੁੰਦਾ ਆ ਵੀ ਇਹ ਅੰਦਰੋਂ ਕਿੱਦਾਂ ਦਾ ਬੰਦਾ ਆ ਤੇ ਧਰਮ ਕੀ ਹੈ ਇਹਦਾ। ਕਰਮ ਵਧੀਆ ਹੋਣ ਤਾਂ ਧਰਮ ਆਪੇ ਵਧੀਆ ਹੋ ਜਾਂਦਾ, ਲੋਕ ਆਪੇ ਵਧੀਆ ਕਹਿਣ ਲੱਗ ਪੈਂਦੇ ਆ। ਮੈਂ ਬਹੁਤ ਵਾਰ ਕਹਿੰਦਾ ਹੁੰਦਾ ਕਿ ਲੋਕ ਇਹ ਨਹੀਂ ਵੇਖਦੇ ਕਿ ਤੁਸੀਂ ਕਿਹੜੇ ਧਰਮ ਨੂੰ ਮੰਨਦੇ ਆ। ਲੋਕ ਇਹ ਚੀਜ਼ ਨਹੀਂ ਵੇਖਦੇ ਕਿ ਵੀ ਤੁਸੀਂ ਕਿਹੜੇ ਧਰਮ ਨੂੰ ਮੰਨਦੇ ਆ। ਲੋਕ ਇਹ ਵੇਖਦੇ ਆ ਵੀ ਲੋਕਾਂ ਦੇ ਨਾਲ ਤੁਸੀਂ ਰਹਿ ਕਿਵੇਂ ਰਹੇ ਆ, ਸਮਾਜ ਦੇ ਵਿੱਚ ਤੁਸੀਂ ਕੀ ਕਰ ਰਹੇ ਆ, ਸਮਾਜ ਵਾਸਤੇ ਕੀ ਚੰਗਾ ਕਰ ਰਹੇ ਆ। ਤੁਸੀਂ ਮੰਦਰ, ਮਸਜਿਦ, ਗੁਰਦੁਆਰੇ, ਚਰਚ, ਜੋ ਵੀ ਤੁਹਾਡਾ ਧਰਮ ਆ, ਜਿੰਨਾ ਮਰਜ਼ੀ ਜਾਓ, ਜੇ ਤੁਸੀਂ ਸਮਾਜ ਦੇ ਵਿੱਚ ਅੜੋਸ ਪੜੋਸ ਦੇ ਵਿੱਚ ਨਿੱਤ ਦੰਗੇ ਫਸਾਦ ਲੜਾਈ ਰੱਖਦੇ ਨਾ, ਕੋਈ ਫਾਇਦਾ ਨਹੀਂ ਤੁਹਾਡਾ। ਠੀਕ ਹੈ ਜੀ। ਬਹੁਤ ਲੋਕ ਇੱਦਾਂ ਦੇ ਵੀ ਹੈਗੇ ਆ ਜਿਹੜੇ ਕਹਿੰਦੇ ਆ ਧਰਮ ਦਾ ਪੱਕਾ ਹੋਣਾ ਚਾਹੀਦਾ ਬੰਦਾ, ਧਰਮ ਦਾ ਐ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ, ਲੋਕਾਂ ਦਾ ਕੀ ਕਹਿਣਾ। ਨਹੀਂ, ਦੁਨੀਆ ਦੇ ਨਾਲ ਹੀ ਸਭ ਕੁਛ ਆ। ਅਸੀਂ ਇਸ ਸ੍ਰਿਸ਼ਟੀ ਦਾ, ਇਸ ਰੱਬ ਦਾ ਇੱਕ ਹਿੱਸਾ ਹੈਗੇ ਆ। ਤੇ ਮੈਂ ਤੁਹਾਨੂੰ ਹੁਣ ਗੱਲਬਾਤ ਸੁਣਾਉਣਾ ਆ। ਗੱਲਾਂ ਬਾਤਾਂ ਬਹੁਤ ਹੋ ਜਾਂਦੀਆਂ ਆ, ਚਲੋ ਆ ਜਾਓ। ਜਿਹੜੀ ਮੈਂ ਪਹਿਲਾਂ ਗੱਲ ਕਹਿ ਚੁੱਕਾ ਕਿ ਜਦੋਂ ਅਸੀਂ ਇਹ ਚੀਜ਼ ਸੋਚਾਂਗੇ ਨਾ, ਅਸੀਂ ਇਹ ਕਰ ਨਹੀਂ ਸਕਦੇ ਜਾਂ ਸਾਨੂੰ ਕੋਈ ਕੀ ਕਹੂਗਾ, ਉੱਥੇ ਰੌਲਾ ਪੈਂਦਾ ਹੈ। ਇਸ ਕਰਕੇ ਇਹ ਚੀਜ਼ਾਂ ਨਹੀਂ ਸੋਚਣੀਆਂ ਆਪਾਂ ਨੇ। ਆ ਜਾਓ ਫਿਰ। लगी हुई थी, पानी पीने चले गए। एक हमारे यहाँ स्कूल के पास ब्राह्मणों के घर है, तो जब वहाँ हम गए पीने के पानी के लिए, सभी लड़कियों ने पानी पिया। जैसे ही मैं नलके की तरफ लगी और ब्राह्मणी एकदम घर से बाहर आई, उसने तुरंत मुझे आते ही डांटा कि हैं चूड़े चमारोगे, तुम क्या कर रहे हो, ये भागो यहाँ से, नलका खारा पानी देना शुरू कर देगा। इतनी बुरी तरह से मतलब बोला, मतलब एकदम ठेठ, जो एक सीधा कास्टिज्म का जो होता है। तब मुझे लगा कि कुछ है अलग जो इस वर्दी की वजह से है। मतलब अदरवाइज तो किसी को क्या पता कि मैं कौन सी कम्युनिटी की हूँ। तो मुझे बड़ा गुस्सा आया। मैं घर गई, मैंने फटाफट अपना बस्ता फेंका और एकदम बंद कमरे में जाके बैठ के खूब रोई। तो मेरे चाचा मुझे बहुत प्यार करते थे, तो आए वो, उन्होंने कहा क्या हो गया। तो मैंने कहा आज के बाद मैं ये वर्दी पहन के नहीं जाऊँगी, इस वर्दी को या तो जला दो या फेंक दूंगी, मैं इस वर्दी को नहीं पहनना। तो मेरे चाचा पूछे बार बार कि क्या हो गया। मैंने उनको फिर पूरा बताया। तो मैंने मेरे चाचा से पूछा, उस एज में भी मान लो मैं पी लेती ये पानी, तो सच में खारा पानी देना शुरू करता है ये नलका। तो मेरे पिताजी ने कुछ नहीं कहा, बस ये कहा कि कुछ नहीं बेटा, मैं तुम्हारे लिए सफ़ेद कपड़ा लेके आऊँगा वर्दी का, और तुम उसको पहन के जाना। और मैंने फिर भी दोबारा जिद की, मगर मेरे को बताओ। तो मेरे पिताजी ने फिर कहा कि बेटा मेरे को भी नहीं पता, बस ये डोल बनाई हुई है। डोल मतलब पार्टीशन एक तरह से, ऊंची कास्ट का और नीची कास्ट का। पता नहीं किसने बनाई, मैंने पूछा किसने बनाई, बस उन्होंने उस वक्त छोटी सी एज में ही मुझे ये कहा कि तुम भी पता करना कि किसने बनाई है। अच्छा, ऐसा कहा उन्होंने? उन्होंने कहा,
और उस दिन की वर्डिंग और उस मतलब जो बात हुई थी हमारे बीच में मुझे आज भी याद है। जो सबसे ज़्यादा आगे बढ़ने के लिए मेरा प्रेरणा का शब्द बना, सिर्फ इन्हीं चीज़ों को तलाशने करने के लिए कि क्या वाकई ये व्यवस्था आदमियों ने बनाई या परमात्मा नाम की कोई चीज़ रही होगी उसने बनाई है। किसी ने तो बनाई होगी। अगर भगवान ने बनाई है तो भगवान ने हमें क्यों ऐसा बनाया। मुझे आज भी याद है, मैं क्लास में जब भी मतलब जाती थी मैं। ਅੱਛਾ ਜੀ, ਇੱਕ ਮੈਂ ਗੱਲ ਤੁਹਾਨੂੰ ਦੱਸਾਂ, ਇਹ ਵੀਡੀਓ ਪਤਾ ਨਹੀਂ ਕਦੋਂ ਦਾ ਆ, ਕਿੰਨਾ ਕੁ ਪੁਰਾਣਾ, ਸਾਲੋ ਸਾਲ ਪੁਰਾਣਾ, ਲੇਕਿਨ ਮੈਂ ਇਹ ਗੱਲਬਾਤ ਸੁਣੀ ਹੈ ਹੁਣ, ਤੇ ਮੈਂ ਬਹੁਤ ਮੋਟੀਵੇਟ ਹੋਇਆ ਇਸ ਚੀਜ਼ ਨੂੰ, ਇਸ ਗੱਲਬਾਤ ਨੂੰ, ਇਸ ਬੀਬੀ ਦੀ ਗੱਲ ਸੁਣ ਕੇ ਵੀ ਬੰਦੇ ਨੂੰ ਕਦਮ ਪਿੱਛੇ ਨਹੀਂ ਕਰਨੇ ਚਾਹੀਦੇ ਇਹ ਸੋਚ ਕੇ ਕਿ ਸਾਨੂੰ ਉਹ ਇਦਾਂ ਕਹਿੰਦਾ, ਸਾਨੂੰ ਉਹ ਇਦਾਂ ਕਹਿੰਦਾ। ਜ਼ਿੰਦਗੀ ਦੇ ਵਿੱਚ ਨਾ, ਜੀਵਨ ਦੇ ਵਿੱਚ ਕੋਈ ਇਦਾਂ ਜ਼ਰੂਰੀ ਨਹੀਂ ਹੁੰਦਾ ਹੈਗਾ ਕਿ ਹਾਂ ਉਮਰ ਦਾ ਬੰਦਾ ਵੱਡਾ ਤਾਂ ਸਿਆਣਾ ਬਹੁਤ ਆ। ਮੈਂ ਬਹੁਤ ਵਾਰ ਕਹਿੰਦਾ ਹੁੰਦਾ ਇਹ ਗੱਲ। ਤੇ ਜਿਹੜਾ ਬੱਚਾ ਹੈ ਨਾ ਉਹ ਵੀ ਸਿਆਣਾ ਹੋ ਸਕਦਾ ਹੈ। ਕਈ ਵਾਰੀ ਮੇਰੇ ਵਰਗੇ ਬੰਦੇ ਹੁੰਦੇ ਸਾਰੀ ਉਮਰ ਅਕਲ ਨਹੀਂ ਆਉਂਦੀ ਉਹਨਾਂ ਨੂੰ, ਬੁਢਾਪੇ 'ਚ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਵੀ ਦੁਨੀਆ ਕੀ ਆ। ਸੋ ਆ ਜਾਓ। चिकनी उसके छींटे लगे होते थे और मक्खियाँ भिड़ बना रही होती थी। और उसके पीछे का कारण क्या था, खाने के लिए सब्जी तो होती नहीं थी तो लस्सी मांग के लेके आया करते थे पड़ोस में से। तो लस्सी लेने के लिए जाते तो मैं वर्दी डाले हुए होती थी जैसे स्कूल की, वो डालते, वो कहती यहाँ रख दे, तो नीचे रखवाती डोलू को और वो ऊपर से ऐसे लस्सी फेंकती, और वो फेंकती वो डोलू में कम कपड़ों पे ज़्यादा लगती, उससे भिड़भनाहट होती। और इसको जब मैं मतलब मैंने धर्मशास्त्रों को जब पढ़ा। ਅੱਛਾ ਜੀ, ਮੈਂ ਇੱਕ ਗੱਲ ਤੁਹਾਨੂੰ ਦੱਸਦਾ ਜਾਵਾਂ। ਜਿਹੜਾ ਇਹ ਨਾ ਕਈ ਲੋਕ ਨਾ ਬੜਾ ਰੌਲਾ ਪਾਉਂਦੇ ਵੀ ਜੱਟ ਇੱਦਾਂ, ਉਹ ਫਲਾਣੇ ਇੱਦਾਂ, ਟਮਕਾਣੇ, ਯਾਰ ਇੱਦਾਂ ਨਹੀਂ ਹੁੰਦਾ ਗਾ। ਮੈਂ ਵੀ ਜੱਟ ਬੰਦਾ ਆ। ਮੈਂ ਪਹਿਲਾਂ ਵੀ ਗੱਲ ਕੀਤੀ ਸੀ ਇੱਕ ਵੀਡੀਓ ਦੇ ਵਿੱਚ। ਆ ਭੈਣ ਨੇ ਜਿਹੜੀ ਗੱਲ ਕੀਤੀ ਹੈ ਨਾ ਵੀ ਲੱਸੀ, ਬਈ ਲੱਸੀ ਚੂਰ ਚੂਰ ਅਸੀਂ ਵੀ ਬਹੁਤ ਖਾਧੀਆਂ ਆ। ਮਿੱਠਾ ਪਾਣੀ ਬਣਾ ਕੇ ਨਾ, ਕਈ ਵਾਰ ਖੰਡ ਨਹੀਂ ਸੀ ਹੁੰਦੀ ਤਾਂ ਲੂਣ ਮਾਂ ਨੇ ਘੋਲ ਦੇਣਾ ਤੇ ਉਹ ਕਹਿਣਾ ਇਹ ਚੰਗਾ ਹੁੰਦਾ ਆ, ਸਰੀਰ ਵਧੀਆ ਰਹਿੰਦਾ ਇਹਦੇ ਨਾਲ, ਤਾਂ ਰੋਟੀਆਂ ਉਹਦੇ ਵਿੱਚ ਚੂਰ ਲੈਣੀਆਂ ਤੇ ਭਿਉਂ ਕੇ ਖਾ ਲੈਣੀਆਂ। ਇੱਦਾਂ ਦੇ ਹਾਲਾਤ ਵੇਖੇ ਹੋਏ ਆ, ਇੱਦਾਂ ਦੇ ਹਾਲਾਤ। ਤਾਂ ਸੋ ਇਹ ਭੈਣ ਦੀਆਂ ਗੱਲਾਂ ਨਾ ਜਿਹੜੀਆਂ, ਤਾਂ ਮੈਂ ਬਹੁਤ ਵਾਰ ਕਹਿੰਦਾ ਹੁੰਦਾ ਵੀ ਜਿਹੜੀ ਚੀਜ਼ ਮੇਰੇ ਨਾਲ ਢੁੱਕਦੀ ਹੋਵੇ ਨਾ ਮੈਂ ਤੁਹਾਨੂੰ ਉਹ ਵਿਖਾਉਣਾ ਹੁੰਦਾ ਆ। ਇਹ ਬਹੁਤ ਲੋਕਾਂ ਦਾ ਹਾਲਾਤ ਆ। ਕੁਛ ਲੋਕ ਦੱਸ ਦਿੰਦੇ ਆ ਔਰ ਕੁਛ ਦੱਸਦੇ ਨਹੀਂ ਗੇ, ਔਰ ਦੱਸ ਦੇਣਾ ਚਾਹੀਦਾ ਆ, ਵਧੀਆ ਹੁੰਦਾ। ਦੱਸ ਦੇਣਾ ਚਾਹੀਦਾ ਹੈ, ਕਿਸੇ ਨੂੰ ਕੋਈ ਮੋਟੀਵੇਟ ਹੁੰਦਾ ਇਹਨਾਂ ਚੀਜ਼ਾਂ ਤੋਂ ਦੇਖ ਕੇ। ਠੀਕ ਹੈ ਜੀ, चलो ओके। तब मैंने देखा कि इसके पीछे कारण क्या था। क्या? क्योंकि ऐसे मतलब पूरा शास्त्र हमारे ये बताते हैं कि इन लोगों को इस तरीके से रहना चाहिए कि इनके कपड़ों में से बदबू आए। उनको नया कपड़ा पहनने का अधिकार नहीं है, उनको जेवर पहनने का अधिकार नहीं है, वो उनको हमेशा झूठन खानी है, हमेशा दूसरे के दिया हुआ खाना, उनके उस पर उनको जीवित रहना है, अपने आप से कुछ नहीं लेना। आर्थिक रूप से हम लोग बहुत कमज़ोर थे, लेकिन ये रहा कि पिताजी को हमेशा मैंने हंसते हुए देखा। उनको पास खाने के लिए अगर कुछ नहीं होता था या हमें खिलाने के लिए कुछ नहीं होता था, तभी उनके चेहरे पे कभी सिकन तक नहीं आई, हमेशा हंसते रहा करते थे और ये कहते कोई बात नहीं, अभी आ जाएगा, थोड़ी सी देर में, शाम तक ले आऊँगा। और मतलब मुझे आज भी वो दिन याद है कि हम स्कूल से जब लौटते थे, घर में कुछ नहीं होता था, सब्जी या कुछ ऐसी कोई इवन चटनी तक नहीं होती थी खाने के लिए। और आपको मैं बताऊं कि हम खाना कैसे खाते थे स्कूल से आने के बाद। पानी में चीनी डालते, मीठा पानी बना के घोलते उसको अच्छे से, मीठा पानी बना के, तो हम लोग उस मीठे पानी से रोटी को गटका करते थे। मुझे आज भी याद है कि मैं मेरी ताई के साथ दूसरे के घरों में मतलब मैला उठाने के लिए जाया करती थी। स्कूल में जब मैं पढ़ती थी, एक बार मैं मेरी ताई जी के साथ गई। मुझे नहीं पता था कि जिस घर में मैं काम करने के लिए जा रही हूँ उसी घर की लड़की, ब्रजेश नाम है बल्कि उसका, तो मुझे नहीं पता था ये ब्रजेश का घर है। तो क्योंकि घर में तो आना जाना तो बहुत बाद की बात है ना, मतलब एक पूरा हमारे तो घर ही गाँव से बाहर है बिल्कुल एकदम। जी जी जी। मेरी ताई के साथ मैं मतलब चली गई, और सिर्फ इस लालच में कि मेरी ताई को काम करने के बाद जो रोटी मिलेगी और रोटी के साथ सब्जी भी मिलेगी। जैसे ही मैं वहाँ पहुँची, मैंने देखा कि ये तो मतलब ब्रजेश है, उसने भी मुझे देख लिया और मैंने भी देख लिया। खैर जो कूड़ा। हाँ जी, ਇੱਥੇ ਮੈਂ ਇੱਕ ਆਪਦੀ ਜ਼ਿੰਦਗੀ ਦੀ ਗੱਲ ਐਡ ਕਰਦੇ ਹਾਂ।
ਮੇਰਾ ਵੱਡਾ ਵੀਰ ਨਾ ਸਿਰੀ ਲੱਗਿਆ ਹੋਇਆ ਸੀਗਾ ਉਹਦੀ, ਤਾਂ ਮੈਂ ਵੀ ਘਰੇ ਕਈ ਵਾਰ ਨਾ ਐਵੇਂ ਕਹਿ ਦਿੰਦਾ ਸੀਗਾ ਵੀ ਮੈਂ ਨਹੀਂ ਲੱਸੀ 'ਚ ਚੂਰ ਚੂਰ ਕੇ ਖਾਣੀਆਂ। ਇੱਕ ਤਾਂ ਮੈਂ ਸਕੂਲ ਜਾਂਦਾ ਸੀ, ਨਾਲ ਦੇ ਬੱਚਿਆਂ ਨੂੰ ਵੇਖਦਾ ਹੁੰਦਾ ਸੀਗਾ। ਸਕੂਲ ਵੀ ਜਦੋਂ 6ਵੀਂ 7ਵੀਂ 'ਚ ਸੀਗੇ, ਉਹ ਜ਼ਿਆਦਾ ਤਾਂ ਨਹੀਂ ਪੜ੍ਹਾ ਸਕੇ ਮਾਂ ਪਿਓ, ਤੇ ਉਹਨੇ ਨਾ ਮੇਰੇ ਭਰਾ ਨੇ ਕਹਿਣਾ ਵੀ ਜਿਹੜੀ ਸਬਜ਼ੀ ਮੈਂ ਲਿਆਉਣਾ ਹੁੰਦਾ ਨਾ ਵੀ ਤੂੰ ਉਹ ਖਾ ਲਿਆ ਕਰ, ਵੀ ਮੈਂ ਅਚਾਰ ਨਾ ਜਾਂ ਨਾ ਜਿੱਦਾਂ ਘਰੇ ਖਾਂਦੇ। ਇਹ ਗੱਲ ਤੋਂ ਮੈਨੂੰ ਨਾ ਗੱਲ ਯਾਦ ਆ ਗਈ ਆ। ਤੇ ਇੱਦਾਂ ਹੁੰਦਾ ਜੀਵਨ ਦੇ ਵਿੱਚ, ਹੁੰਦਾ ਜ਼ਿੰਦਗੀ ਦੇ ਵਿੱਚ, ਬਹੁਤ ਮਾਰਾਂ ਖਾਧੀਆਂ। ਚਲੋ, जो गंद जो मल होता है जो, वो मेरी ताई के साथ मैं उठवाती रही, वो डाल डाल के आती रही, लेकिन देख चुकी थी वो मुझे। खाने के लिए तो मिला ज़रूर, लेकिन अंदर से ये रहा कि कल पता नहीं क्या होगा, मतलब जैसे कुछ छीन लिया जाए बच्चे से। घर में अगले दिन स्कूल पहुंची, मेरे से पहले ही सारी चीज़ें स्कूल पहुंच चुकी थी। जैसे ही पहुंची और मतलब लड़कियों ने घेरना मुझे शुरू कर दिया। जिनको नहीं पता था उनको भी उसने खूब ज़ोर ज़ोर से बताया। क्लास में आके फिर उसने बताया कि अच्छा तू अपनी ताई के साथ टोकरी क्यों नहीं उठा रही थी, तू तो सिर्फ डाल रही थी हमारे घर में टट्टी को। तो मेरे को गुस्सा आया, मैंने उसको एकदम तख्ती मारी यहाँ पे, और फिर उसने मुझे मारी यहाँ पे। मुझे आज भी निशान है मेरे यहाँ उसके तक, लेकिन ये कोई बड़ी बात नहीं थी मेरे लिए, ऐसी लगती रहती थी क्योंकि उसका जो जख्म था वो तो अंदर था, बाहर तो बहुत कम था। तो लेकिन जैसे ही वो लड़की घर पहुंची, फिर उसने अपने घर में बताया, तो उसके घर में एकदम मतलब, क्योंकि वो ऊपर कास्ट के थे, इसी में घर में आए उलाहना अच्छा, देने गुस्से के लिए। होके आ गए? गुस्सा हो गए और मेरे चाचा के पास एकदम आए। सीधे शब्दों में उन्होंने ये कहा कि चूड़ों की इतनी औकात की हमारे बच्चों के ऊपर हाथ उठाए। ओए होए होए। मेरे चाचा ने माफ़ी वगैरह मांगी, फिर उसके बाद वो चले गए अपने अपने घर। फिर मेरे को डर तो अंदर से लग ही रहा था कि अब पता नहीं चाचा क्या कहेगा, स्कूल ही ना बंद करवा दें। तो उन्होंने बस मुझे ये कहा कि ठीक किया, डरने की ज़रूरत नहीं, मैं तुम्हारे साथ में। और सच में वो मेरे साथ ही रहे, हमेशा साथ रहे। क्या बात। जब मैं छोटी सी क्लास में थी, 7th क्लास में ऑप्शन बनता है, तो सभी लड़कियों ने संस्कृत चुना, कईयों ने जो मेरे पास आसपास थे। मैंने भी सोचा संस्कृति ले लेते हैं। जैसे मैं पहुंची, मेरे जो स्कूल टीचर थे उन्होंने कहा नहीं तुम क्या करोगी इसको पढ़ के, और वैसे भी तुम लोगों को तो पढ़ना तो है नहीं कुछ, हमारे ही घरों में जाके झाड़ू पोछा लगाना है, कूड़ा उठाना है, गंदगी साफ करनी है, कि हो गया बहुत हो गया, ऐसा कहा उन्होंने। मैं असल में मुझे ना जो चीज़ मेरे को मना कर दी जाती है उसमें मुझे ये रहता होता है कि मेरे को यही करनी है, चाहे मुझे ना भी आती हो तब भी। मैंने कहा नहीं अब तो मुझे यही पढ़नी है। आपके मास्टर जी किस समाज के थे? मेरे मास्टर जी पंडित जी थे। बहुत सारी चीज़ें ऐसी चलती रही, ये स्कूल का है पूरा। फिर कॉलेज में मुझे आज भी याद है, मेरे ताऊ जी ने जब कहा कि बाहर लड़की को भेजेगा मेरे दादे का नाम लेके कि इज्जत चली जाएगी, तब मेरे पिताजी ने जो कुछ कहा था, मैं वहीं थी, मेरे ताऊ जी को सीधा ये कहा था, इतना प्यार करते थे जिनको वो, कि मुझे जो मर्जी कहे लेकिन मेरे चांद के बारे में नहीं। ऐसा न कहो, जो भी फैसला करेगा मैं और मेरा चांद करेगा, इसमें बोलने का किसी को भी कोई अधिकार नहीं, चाहे वो कोई भी चाहे। हाँ जी, ਸੁਣੀਆਂ ਜੀ ਗੱਲਾਂ ਬਾਤਾਂ। ਫੁੱਲ ਵੀਡੀਓ ਤਾਂ ਆਪਣੇ ਕੋਲ ਹੈ ਨਹੀਂ ਸੀ, ਛੋਟਾ ਜਿਹਾ ਕਲਿੱਪ ਸੀਗਾ। ਲੇਕਿਨ ਕਈ ਵਾਰ ਨਾ ਦਿਲ ਦੇ ਵਿੱਚ ਇਦਾਂ ਦੇ ਨਾ ਦਰਦ ਉੱਠਦੇ ਆ, ਕੋਈ ਇਦਾਂ ਦੀ ਚੀਜ਼ ਵੇਖਦੇ ਆ, ਸੁਣਦੇ ਆ, ਤਾਂ ਪੁਰਾਣੇ ਖਿਆਲ, ਪੁਰਾਣੀਆਂ ਯਾਦਾਂ ਆ ਜਾਂਦੀਆਂ। ਤੇ ਬਸ ਮੈਂ ਇਹੀ ਕਹੂੰਗਾ ਕਿ ਆਪ ਦਾ ਜਿਹੜਾ ਤੁਹਾਡਾ ਕੋਈ ਵੀ ਜਾਤ ਬਰਾਦਰੀ ਦਾ ਬੰਦਾ ਹੈ, ਤੇ ਜੋ ਤੁਹਾਡੀ ਮੰਜ਼ਿਲ ਆ ਉਹਦੇ ਵੱਲ ਧਿਆਨ ਰੱਖੋ। ਕੋਈ ਕੁਛ ਵੀ ਕਹਿੰਦਾ ਉਹਨੂੰ ਕਹਿਣ ਦਿਓ, ਠੀਕ ਹੈ ਜੀ। ਕੋਈ ਵੱਡਾ ਕੋਈ ਵੀ, ਮੈਂ ਤਾਂ ਕਹਿੰਦਾ ਕੋਈ ਵੀ ਆਪਣੇ ਆਪ ਦੇ ਵਿੱਚ ਕਹਿੰਦਾ ਵੀ ਮੇਰੀ ਜਾਤ ਬਹੁਤ ਵੱਡੀ ਆ, ਠੀਕ ਆ ਭਾਈ, ਤੂੰ ਬਹੁਤ ਵੱਡਾ, ਤੂੰ ਆਪ ਦੀ ਜਗ੍ਹਾ ਤੇ ਰਹਿ, ਠੀਕ ਹੈ ਜੀ। ਮੇਰੇ ਨਾਲ ਬਾਈ ਜੀ ਬਹੁਤ ਕੁਛ ਹੋਇਆ ਆ। ਸਾਨੂੰ ਸਾਡਿਆਂ ਨੇ ਮਾਰਿਆ, ਆਪਣਿਆਂ ਨੇ ਮਾਰਿਆ ਸਾਨੂੰ, ਸਿੱਧੀਆਂ ਗੱਲਾਂ ਆ। ਇਹ ਮੈਂ ਪਹਿਲਾਂ ਵੀ ਕਿਹਾ ਨਾ ਵੀ ਇਹ ਜੱਟ, ਇਹ ਪੋ ਮਜ਼ਬੀ ਚਮਾਰ, ਇਹ ਯਾਰ ਕੁਛ ਨਹੀਂ ਹੁੰਦਾ। ਜਿਹਦੇ ਕੋਲ 4 ਛਿੱਲੜ ਹੈਗੇ ਆ ਨਾ, ਉਹ ਆਪਣੇ ਆਪ ਦੇ ਵਿੱਚ ਨਾ ਰੱਬ ਆ। ਮੈਂ ਕਹਿੰਦਾ ਕਿ ਹੁਣ ਦੇ ਸਮੇਂ 'ਚ ਜਿਹਦੇ ਕੋਲ ਪੈਸਾ ਨਾ, ਰੱਬ ਉਹਦੇ ਬੋਝੇ 'ਚ ਹੀ ਆ। ਬਾਕੀ ਐਵੇਂ ਗੱਲਾਂ ਬਾਤਾਂ ਹੀ ਆ, ਲੋਕ ਰੌਲਾ ਪਾਈ ਜਾਂਦੇ ਆ, ਪਾਈ ਜਾਣ ਦੋ। ਰੱਬ ਬਾਈ ਉਹਦੇ ਬੋਝੇ 'ਚ ਆ ਜਿਹਦੇ ਕੋਲ ਪੈਸਾ, ਜਿਹਦੇ ਕੋਲ ਪੈਸਾ, ਰੱਬ ਉਹਦੀ ਜੇਬ 'ਚ ਆ। ਬਾਕੀ ਐਵੇਂ ਗੱਲਾਂ ਬਾਤਾਂ ਹੀ ਆ। ਤੇ ਰੱਬ ਨੂੰ ਜੇ ਜੇਬ 'ਚ ਪਾਉਣਾ ਤਾਂ ਫਿਰ ਮਿਹਨਤ ਕਰਨੀ ਪੈਣੀ ਆ, ਮਿਹਨਤ ਕਰਨੀ ਪੈਣੀ ਆ, ਫਿਰ ਉਹਨੇ ਤੁਹਾਡੇ ਬੋਝੇ 'ਚ ਆ ਜਾਣਾ ਆਪੇ।
ਠੀਕ ਹੈ, ਸਮਝੋ ਮੈਂ ਕਹਿਣਾ ਕੀ ਚਾਹੁੰਦਾ, ਉਸ ਗੱਲ ਨੂੰ ਸਮਝੋ। ਇਹ ਜਿਹੜਾ ਸਮਾਜ ਆ ਨਾ, ਇਹ ਸਿਰਫ ਪਖੰਡ ਕਰਦਾ ਆ ਰੱਬ ਨੂੰ, ਰੱਬ ਇੱਦਾਂ ਰੱਬ ਉੱਦਾਂ, ਸਿਰਫ ਇੱਕ ਗਰੀਬ ਬੰਦੇ ਨੂੰ ਡਰਾ ਕੇ ਨਾ ਉਹ ਤੋਂ ਕੰਮ ਲਿਆ ਜਾਂਦਾ ਹੈ ਮਾੜੇ ਬੰਦੇ ਕੋਲ। ਹੋਰ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ, ਰੱਬ ਕਿਸੇ ਨੂੰ ਕੁਛ ਨਹੀਂ ਕਹਿੰਦਾ, ਕੁਛ ਨਹੀਂ ਕਿਸੇ ਦਾ ਵਿਗਾੜਦਾ, ਕਿਸੇ ਨੂੰ ਕੁਛ ਨਹੀਂ ਕਹਿੰਦਾ। ਮੈਂ ਰੱਬ ਨੂੰ ਭਾਵੇਂ ਗਾਲਾਂ ਕੱਢੀ ਜਾਵਾਂ, ਬਹੁਤ ਵਾਰ ਹੋ ਜਾਂਦਾ, ਗੁੱਸੇ ਹੋ ਜਾਂਦਾ, ਮੈਨੂੰ ਤਾਂ ਕਦੇ ਨਹੀਂ ਉਹਨੇ ਡਾਂਗ ਮਾਰੀ ਆ ਕੇ। ਕੁਛ ਨਹੀਂ ਕਹਿੰਦਾ, ਕਿਸੇ ਨੂੰ ਕੁਛ ਨਹੀਂ ਕਹਿੰਦਾ, ਨਾ ਉਹਨੇ ਕਹਿਣਾ ਕਿਸੇ ਨੂੰ ਕੁਛ। ਸੋ ਆਪਣੇ ਜੋ ਟੀਚਾ ਆ ਉਸ 'ਤੇ ਪੱਕੇ ਰਹੋ। ਜੇ ਤੁਹਾਨੂੰ ਕੋਈ ਕਹਿ ਵੀ ਦਿੰਦਾ ਨਾ ਤੁਸੀਂ ਫਲਾਣੇ ਆ ਤੇ ਤੁਸੀਂ ਧਮਕਾਣੇ ਆ, 7 ਵਚਨ ਜੀ ਅਸੀਂ ਇੱਦਾਂ ਹੀ ਠੀਕ ਆ, ਜਿੱਦਾਂ ਦੇ ਹੈਗੇ ਆ ਅਸੀਂ ਇੱਦਾਂ ਦੇ ਵਧੀਆ ਆ। ਬਾਕੀ ਇੱਦਾਂ ਦਾ ਹੈ ਉਹ ਕੁਛ ਨਹੀਂ ਗਾ। ਇਹ ਸਿਰਫ ਔਰ ਸਿਰਫ ਪੈਸੇ ਵਾਲੇ ਬੰਦਿਆਂ ਨੇ ਇੱਕ ਚੀਜ਼ਾਂ ਬਣਾਈਆਂ ਹੋਈਆਂ ਆ, ਗਰੀਬ ਬੰਦੇ ਨੂੰ ਵਰਤਣ ਵਾਸਤੇ, ਬਸ ਜਾਤਾਂ ਬਰਾਦਰੀਆਂ ਬਣਾਈਆਂ ਹੋਈਆਂ, ਹੋਰ ਕੁਛ ਵੀ ਨਹੀਂ ਆ। ਮੈਂ ਕਹਣਾ ਬੰਦੇ ਕੋਲ ਪੈਸਾ ਹੋਵੇ, ਭਾਵੇਂ ਉਹ ਨਾਲੀਆਂ 'ਚ ਹੱਥ ਮਾਰਦਾ ਫਿਰਦਾ ਹੋਵੇ, ਦੁਨੀਆ ਉਹਦੇ ਮਗਰ ਫਿਰਦੀ ਆ। ਪੈਸਾ 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 ਹੋਣਾ ਬਹੁਤ ਜ਼ਰੂਰੀ ਆ ਬੰਦੇ ਕੋਲ। ਇਸ ਕਰਕੇ ਜੇ ਕੋਈ ਬੱਚਾ ਮੇਰੀ ਵੀਡੀਓ ਵੇਖ ਰਿਹਾ ਤਾਂ ਪੈਸਾ ਕਮਾਓ, ਕੰਮ ਸਿੱਖੋ, ਕੰਮ ਕਰੋ, ਕੰਮ 'ਚ ਧਿਆਨ ਦਿਓ। ਕੰਮ ਕੋਈ ਵੀ ਕਰੋ, ਧਿਆਨ ਨਾ ਕਰੋ, ਉਸੇ ਕੰਮ ਨੂੰ ਕਰਦੇ ਰਹੋ, ਇੱਕ ਦਿਨ ਕਾਮਯਾਬ ਆਪਾਂ ਹੋਵਾਂਗੇ। ਜਿਉਂਦੇ ਰਹੋ, ਹੱਸਦੇ ਰਹੋ, ਵਸਦੇ ਰਹੋ, ਮੌਜਾਂ ਮਾਣੋ, ਖੁਸ਼ ਰਿਹਾ ਕਰੋ। ਓਕੇ ਬਾਏ, ਥੈਂਕ ਯੂ।